जीओ। सूरठ महला पंजवा। काम क्रोध लोभ झूठ निंदा, इन ते आप छुड़ावो। एह भीतर ते इन को डारो, आपन निकट बुलावो। अपनी विद आप जनावो, हर जन मंगल गावो। रहाओ बिसर नाही कबहू हिये ते, एह विद मन मह पावो। गुरपूरा पेटियो वड भागी, जन नानक कत है न धावो। बिसर नाही कबहू हिये ते, एह विद मन मह पावो। गुरपूरा भेटियो वड भागी, जन नानक कत है ना धावो। वाहिगुरु जी का खालसा, वाहिगुरु जी की फतेह। परम सन्मानयोग गुरु रूप गुरु सवारी साध संगत जी, आप जियां ने लड़ीवार धन सतगुरु श्री गुरु ग्रंथ साहिब महाराज जी की पावन चल रही विचार के तहत अज का धन गुरु अर्जन साहिब महाराज जी का सोरठ राग अंदर उचारण किया होया शब्द प्यार अदब सहित सरवण किया है। आओ अगले कुछ समय वास्ते इस पावन शब्द की विचार के नाल जुड़न का यत्न करिए। जितने भी आप गुरु की हजूरी दे विच सज करके बैठे हो, विचार की आरंभता तो पहला मन बिरतियां नूं एकाग्र करते हुए फतेह की सांझ प्रवान करो। आखो जी वाहिगुरु जी का खालसा, वाहिगुरु जी की फतेह। ये पावन शब्द धन गुरु ग्रंथ साहिब महाराज जी के पावन अंग 617 के उपर सुभाईमान है। और धन गुरु अर्जन साहिब महाराज जी इस पावन शब्द के रहाओ के बंद के विच परमात्मा के अगे अरजोई कर रहे हैं, बेनती कर रहे हैं। हे अकाल पुरख परमात्मा किरपा कर, मेहर कर, मैनू अपने गुणों की दात, अपनी भगती की दात बख्शिश करके निवाज। मेहर कर मैं तेरी भगती दे नाल जुड़ जावां। विसर नाही दातार अपना नाम दे। किरपा कर, मेहर कर, मैनू तेरे गुण कदी विसरन ना, कदी भुलण ना। मैनू अपने गुणों की दात दे दे। गुण गावां दिन रात, मैं दिन रात तेरे गुणां नूं गाउंदा रहा। नानक चाओ एह, मेरे वास्ते ये चाह है, मेरे वास्ते एहो खेड़ा है, मेरे वास्ते एहो उत्साह है। हुण सतगुरु जी कहंदे अपनी विद आप जनाब हो। रहाओ दा बंद है। गुरबाणी दे विच विद दा अर्थ तरीका भी आउंदा है, विधि भी आउंदा है, ढंग भी आउंदा है। पर इत्थे विद दा अर्थ लवांगे भगती जां सिक्ख्या, उपदेश। अपनी विद आप जनाब हो। परमात्मा जी किरपा कर, मैनू अपना उपदेश आप ही सिखा दे। मेरे विच कोई हिम्मत नहीं, मेरे विच एक कोई सेंस नहीं कि मैं तेरी भगती नूं, तेरे गुणां नूं, तेरे उपदेश नूं कमा सकां। आप जी दया करो,
ਆਪ ਜੀ ਕਿਰਪਾ ਕਰੋ, ਤਰਸ ਕਰੋ, ਤਾਂ ਕਿ ਮੈਂ ਤੁਹਾਡੀ ਭਗਤੀ ਦੇ ਉਪਦੇਸ਼ ਨੂੰ ਸਿੱਖ ਸਕਾਂ, ਸਮਝ ਸਕਾਂ। ਆਪਣੀ ਵਿਦ, ਆਪਣੀ ਭਗਤੀ, ਆਪਣੀ ਸਿੱਖਿਆ, ਉਪਦੇਸ਼ ਆਪ ਜਨਾਵੋ। ਜਨਾਵੋ ਦਾ ਅਰਥ ਸਿਖਾ ਦਿਓ। ਮੈਨੂੰ ਆਪਣੀ ਭਗਤੀ ਕਰਨੀ ਆਪ ਸਿਖਾ ਦਿਓ। ਮੈਨੂੰ ਨਹੀਂ ਤੁਹਾਡੀ ਭਗਤੀ ਕਰਨੀ ਆਉਂਦੀ, ਮੈਨੂੰ ਨਹੀਂ ਜਪ ਤਪ ਕਰਨੇ ਆਉਂਦੇ। ਆਪਾਂ ਰੋਜ਼ ਹੀ ਤੇ ਸ਼ਬਦ ਪੜ੍ਹਦੇ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਮੈਨੂੰ ਕੋਈ ਨਹੀਂ ਜਪ ਤਪ ਦਾ ਪਤਾ, ਮੈਨੂੰ ਕੁਝ ਨਹੀਂ ਪਤਾ ਕਿ ਜੀਵਨ ਵਿੱਚ ਕਿਹੜੇ ਕੰਮਾਂ ਵਿੱਚ ਸੰਜਮ ਰੱਖਣਾ ਹੈ। ਮੈਨੂੰ ਕੁਝ ਨਹੀਂ ਪਤਾ ਧਰਮ ਨੂੰ ਕਿਵੇਂ ਕਮਾਉਣਾ ਹੈ। ਮੈਨੂੰ ਕੁਝ ਨਹੀਂ ਪਤਾ ਤੇਰੀ ਕਿਹੜੀ ਸੇਵਾ ਕਰਨੀ ਹੈ, ਕੀਤੀ ਹੋਈ ਕਿਹੜੀ ਸੇਵਾ ਤੈਨੂੰ ਪ੍ਰਵਾਨ ਹੈ। ਮੈਨੂੰ ਕੁਝ ਨਹੀਂ ਪਤਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਬੇਨਤੀ ਕੀ ਹੈ ਕਹੋ ਨਾਨਕ, ਹਮ ਨੀਚ ਕਰਮਾ। ਮੇਰੇ ਕਰਮ ਨੀਚ ਨੇ, ਮੈਨੂੰ ਨਹੀਂ ਪਤਾ ਤੇਰੀ ਭਗਤੀ ਕਿਵੇਂ ਕਰਨੀ ਹੈ। ਮੇਰੇ ਨੀਚ ਕਰਮ ਨੇ, ਇਹ ਨੀਚ ਕਰਮ ਹਰ ਮੇਰੇ ਕਰਮ ਬੜੇ ਅਪਵਿੱਤਰ ਨੇ। ਕਹੋ ਨਾਨਕ ਹਮ ਨੀਚ ਕਰਮਾ, ਪਰ ਕਿਰਪਾ ਕਰ ਸ਼ਰਨ ਪਰੇ ਕੀ ਰੱਖੋ ਸ਼ਰਮਾ। ਹੁਣ ਤੇਰੀ ਸ਼ਰਨ ਵਿੱਚ ਪਏ ਆ, ਸ਼ਰਨ ਵਿੱਚ ਪਿਆਂ ਦੀ ਇੱਜ਼ਤ ਰੱਖ, ਪੈਜ ਰੱਖ। ਸ਼ਰਨ ਪਰੇ ਕੀ ਰੱਖੋ ਸ਼ਰਮਾ। ਇਸ ਕਰਕੇ ਆਪਣੀ ਵਿਦ ਆਪ ਜਨਾਵੋ। ਆਪਣੀ ਭਗਤੀ ਕਰਨ ਦੀ ਆਪ ਸਿੱਖਿਆ ਦੇ। ਮੈਨੂੰ ਨਹੀਂ ਪਤਾ ਤੇਰੀ ਭਗਤੀ ਕਿਵੇਂ ਕਰਨੀ। ਇੱਕ ਸ਼ਬਦ ਅਸੀਂ ਕਈ ਵਾਰੀ ਬੜੇ ਪਿਆਰ ਵਿੱਚ ਭਿੱਜ ਕੇ ਗਾਉਂਦੇ ਆ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਹੇ ਮੇਰੇ ਮਾਲਕ ਜੀ, ਮੈਨੂੰ ਗਿਆਨ ਦੀਆਂ ਗੱਲਾਂ ਨਹੀਂ ਆਉਂਦੀਆਂ, ਮੈਨੂੰ ਧਿਆਨ ਲਾਉਣਾ ਨਹੀਂ ਆਉਂਦਾ, ਮੈਨੂੰ ਉਹ ਕਰਮ ਕਰਨੇ ਨਹੀਂ ਆਉਂਦੇ ਜਿਹੜੇ ਕਰਮ ਤੈਨੂੰ ਪ੍ਰਵਾਨ ਨੇ, ਮੈਨੂੰ ਉਹ ਕਰਮ ਕਰਨੇ ਨਹੀਂ ਆਉਂਦੇ ਜਿਹੜੇ ਕਰਮ ਤੈਨੂੰ ਚੰਗੇ ਲੱਗਦੇ ਨੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮੈਨੂੰ ਤੇਰੀ ਸਾਰ ਵੀ ਨਹੀਂ ਪਤਾ, ਮੈਨੂੰ ਤੇਰੀ ਬਖਸ਼ਿਸ਼ ਬਾਰੇ ਵੀ ਨਹੀਂ ਪਤਾ, ਮੈਨੂੰ ਤੇਰੇ ਗਿਆਨ ਬਾਰੇ ਵੀ ਨਹੀਂ ਪਤਾ, ਮੈਨੂੰ ਤੇਰੇ ਗੁਣਾਂ ਬਾਰੇ ਵੀ ਨਹੀਂ ਪਤਾ। ਮੈਂ ਤੇਰੀ ਸਾਰ ਨਹੀਂ ਜਾਣਦਾ, ਮੈਨੂੰ ਤੇਰੀ ਖਬਰ ਕੁਝ ਨਹੀਂ ਪਤਾ। ਬਸ ਇੱਕੋ ਗੱਲ ਜਾਣਦਾ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੇਰਾ ਮਾਲਕ ਮੇਰਾ ਸਤਿਗੁਰੂ ਸਭ ਤੋਂ ਵੱਡਾ ਹੈ, ਜਿਨੇ ਇਸ ਕਲ ਭਰੀ ਜ਼ਿੰਦਗੀ ਦੇ ਵਿੱਚ, ਕਲਯੁਗ ਭਰੀ ਜ਼ਿੰਦਗੀ ਦੇ ਵਿੱਚ ਮੇਰੀ ਪੈਜ ਰੱਖੀ ਹੈ, ਮੇਰੀ ਇੱਜ਼ਤ ਰੱਖੀ ਹੈ। ਮੈਂ ਤੇ ਇੰਨੀ ਗੱਲ ਜਾਣਦਾ ਹੋਇਆ ਤੇਰੇ ਚਰਨਾਂ ਵਿੱਚ ਇਹ ਅਰਜ਼ੋਈ ਕਰਦਾ ਕਿ ਆਪਣੀ ਵਿਦ ਆਪ ਜਨਾਵੋ। ਮੈਨੂੰ ਆਪਣੀ ਭਗਤੀ ਕਰਨ ਦੀ ਆਪ ਜਾਚ ਸਿਖਾ, ਮੈਨੂੰ ਕੁਝ ਨਹੀਂ ਆਉਂਦਾ, ਮੈਨੂੰ ਮਾਫ ਕਰਿਓ। ਇਸ ਸ਼ਬਦ ਵਿੱਚ ਅੱਗੇ ਗੱਲ ਆਏਗੀ ਵੀ ਪਹਿਲੇ ਪਦੇ ਵਿੱਚ। ਸਾਨੂੰ ਤੇ ਧਰਮ ਦੀ ਕਿਤੇ ਥੋੜੀ ਜੀ ਗੱਲ ਵੀ ਪਤਾ ਲੱਗੇ ਨਾ, ਵੀ ਏਦਾਂ ਕਹਿ ਲਈਏ ਵੀ 4 ਕੁ ਦਿਨ ਅਸੀਂ ਗੁਰਦੁਆਰੇ ਆਈਏ ਤੇ ਅਸੀਂ ਇਹ ਸੋਚਦੇ ਹਾਂ ਕਿ ਸਭ ਤੋਂ ਵੱਡਾ ਗਿਆਨੀ ਮੈਂ ਆ, ਸਭ ਤੋਂ ਵੱਡਾ ਗਿਆਨਵਾਨ ਮੈਂ ਆ, ਮੈਨੂੰ ਸਾਰਾ ਧਰਮ ਬਾਰੇ ਪਤਾ। ਇਸੇ ਕਰਕੇ ਜਿਹੜਾ ਬੰਦਾ ਵਿਚਾਰਾ ਕਦੀ ਕਿਤਾਈ ਗੁਰਦੁਆਰੇ ਆਏ, ਅਸੀਂ ਤੇ ਉਹਨੂੰ ਬੋਲਣ ਨਹੀਂ ਦਿੰਦੇ, ਕੁਸਕਣ ਨਹੀਂ ਦਿੰਦੇ ਵੀ ਤੈਨੂੰ ਕੀ ਪਤਾ, ਸਾਰਾ ਕੁਝ ਤੇ ਮੈਨੂੰ ਪਤਾ, ਤੂੰ ਧਰਮ ਬਾਰੇ ਕੀ ਜਾਣਦਾ। ਮੈਂ ਤੇ ਰੋਜ਼ ਗੁਰਦੁਆਰੇ ਆਉਣਾ, ਮੈਨੂੰ ਮਰਿਆਦਾ ਦਾ ਪਤਾ। ਹੋਰ ਤੇ ਛੱਡੋ, ਕਈ ਵਾਰੀ ਅਸੀਂ ਗੁਰੂ ਘਰ ਦੇ ਜਿਹੜਾ ਸਟਾਫ ਹੈ, ਵਜ਼ੀਰ ਹੈ, ਉਹਨੂੰ ਵੀ ਨਹੀਂ ਕੁਸਕਣ ਦਿੰਦੇ ਵੀ ਤੈਨੂੰ ਕੀ ਪਤਾ, ਮੈਂ ਜਾਣਦਾ ਧਰਮ ਬਾਰੇ। ਅਗਲੇ ਨੇ ਭਾਵੇਂ 5-4 ਕਿਸੇ ਸੰਸਥਾ ਵਿੱਚ ਰਹਿ ਕੇ ਗਿਆਨ ਪ੍ਰਾਪਤ ਕੀਤਾ ਹੋਵੇ, ਆਪਾਂ ਕਹਿੰਦੇ ਨਾ ਤੈਨੂੰ ਕੁਝ ਨਹੀਂ ਪਤਾ, ਮੈਂ ਸਿਖਾਉਣਾ। ਮੈਨੂੰ ਅੱਜ ਵੀ ਚੇਤਾ, ਚਲੋ ਗੱਲ ਹਾਸ ਰਸ ਵਿੱਚ ਹੈ, ਜਦੋਂ ਮੇਰਾ ਗੁਰਮਤਿ ਦਾ ਡਿਪਲੋਮਾ ਪੂਰਾ ਹੋਇਆ ਨਾ, ਤੇ ਮੇਰੇ ਉਸਤਾਦ ਜੀ ਸੀ, ਮੈਂ ਉਹਨਾਂ ਦੇ ਕੋਲ ਮਿਲਣ ਵਾਸਤੇ ਗਿਆ ਤੇ ਮੈਂ ਕਿਹਾ ਜੀ ਵੀ ਅੱਗੇ ਡਿਊਟੀ ਕਰਨੀ ਤੇ ਕੋਈ ਗਿਆਨ ਦਿਓ, ਕਿਵੇਂ ਕਰਨੀ।
ਉਹਨਾਂ ਬੜਾ ਸੋਹਣਾ ਇੱਕ ਜਵਾਬ ਦਿੱਤਾ ਸੀ। ਕਹਿਣ ਲੱਗੇ ਤੁਹਾਡਾ ਡਿਪਲੋਮਾ ਸ਼ੁਰੂ ਹੋਣ ਹੋਇਆ ਹੈ, ਇਹ ਨਾ ਸੋਚੋ ਕਿ ਤੁਹਾਡਾ ਡਿਪਲੋਮਾ ਖਤਮ ਹੋ ਗਿਆ, ਤੁਹਾਡਾ ਡਿਪਲੋਮਾ ਹੁਣ ਸ਼ੁਰੂ ਹੋਇਆ ਹੈ। ਇੱਥੇ ਤੇ ਕੇਵਲ ਤੁਹਾਡੀ ਸ਼ੁਰੂਆਤ ਸੀ, ਅੱਗੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ। ਉਦੋਂ ਨਹੀਂ ਸੀ ਪਤਾ, ਪਰ ਹੁਣ ਪਤਾ ਲੱਗਦਾ। ਹਕੀਕਤ ਹੈ, ਅਸਲ ਵਿੱਚ ਸਿੱਖਣ ਨੂੰ ਬਾਅਦ ਵਿੱਚ ਹੀ ਸਭ ਕੁਝ ਮਿਲਦਾ ਹੈ। ਵੈਸੇ ਤਾਂ ਸਿੱਖ ਦਾ ਅਰਥ ਹੀ, ਚਲੋ ਗੱਲ ਹੋਰ ਪਾਸੇ ਨਾ ਲੈ ਕੇ ਜਾਵਾਂ, ਸਿੱਖ ਦਾ ਅਰਥ ਕੀ ਹੈ? ਸਿੱਖ ਦਾ ਅਰਥ ਹੈ ਸਿੱਖਿਆਰਥੀ, ਸਿੱਖਣ ਵਾਲਾ। ਸਿੱਖ ਨੇ ਤੇ ਮਰਦੇ ਦਮ ਤੱਕ ਸਿੱਖਣਾ, ਪਰ ਅਸੀਂ 4 ਦਿਨਾਂ ਦੇ ਵਿੱਚ ਬਹੁਤ ਕੁਝ ਸਿੱਖ ਜਾਂਦੇ ਹਾਂ। ਅਸੀਂ ਕਹਿੰਦੇ ਵੀ ਜੋ ਕੁਝ ਮੈਨੂੰ ਪਤਾ ਧਰਮ ਬਾਰੇ, ਦੂਜੇ ਨੂੰ ਕੁਝ ਨਹੀਂ ਪਤਾ। ਮੇਰੇ ਵਰਗਾ 4 ਸ਼ਬਦਾਂ ਦੀ ਕਥਾ ਕਰਨੀ ਆ ਜਾਏ, ਮੈਂ ਕਹਿੰਦਾ ਵੀ ਮੇਰੇ ਵਰਗਾ ਹੋਰ ਕਥਾਵਾਚਕ ਹੀ ਨਹੀਂ ਕੋਈ। ਨਹੀਂ, ਕਦੀ ਇਹ ਦਾਅਵਾ ਨਾ ਕਰੀਏ ਕਿ ਮੈਨੂੰ ਸਭ ਕੁਝ ਪਤਾ। ਅਸੀਂ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਣਾ ਹੈ, ਅਜੇ ਬਹੁਤ ਕੁਝ ਸਿੱਖਣਾ ਬਾਕੀ। ਅਜੇ ਤੇ ਅਸੀਂ ਧਰਮ ਦਾ ਕਿਣਕਾ ਵੀ ਨਹੀਂ ਜਾਣਦੇ। ਅਸੀਂ ਪਹਿਲਾਂ ਇਹ ਦਾਅਵਾ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢੀਏ ਕਿ ਮੈਨੂੰ ਆਉਂਦਾ ਹੈ, ਮੈਨੂੰ ਬਹੁਤ ਕੁਝ ਜਾਣਕਾਰੀ। ਨਾ, ਪਹਿਲਾਂ ਅਸੀਂ ਇਹ ਗੱਲ ਮੰਨੀਏ ਕਿ ਮੈਨੂੰ ਕੁਝ ਨਹੀਂ ਆਉਂਦਾ। ਮੈਨੂੰ ਹੋਰ ਇੱਕ ਗੱਲ ਚੇਤੇ ਆਈ। ਬੰਦੇ ਨੇ ਜੇ ਪਹਿਲਾਂ ਕੁਝ ਸਿੱਖਿਆ ਹੋਵੇ ਨਾ, ਮੰਨ ਲਓ ਕਿ ਇੱਕ ਵਿਦਿਆਰਥੀ ਕਿਸੇ ਉਸਤਾਦ ਕੋਲੋਂ ਕੁਝ ਸਿੱਖਣ ਵਾਸਤੇ ਗਿਆ। ਉਹ ਵਿਦਿਆਰਥੀ ਹੈ ਜਿਹਨੇ ਪਹਿਲਾਂ 5-4 ਸਾਲ ਕਿਤੇ ਲਾਏ ਨੇ। ਜਦੋਂ ਉਹ ਨਵੀਂ ਥਾਂ ਤੇ ਸਿੱਖੇਗਾ ਨਾ, ਉਹਨੂੰ ਦੂਜੇ ਵਿਦਿਆਰਥੀ ਨਾਲੋਂ ਸਾਲ ਵੱਧ ਲਾਉਣਾ ਪਏਗਾ। ਜਿਹੜਾ ਵਿਦਿਆਰਥੀ ਬਿਲਕੁਲ ਨਿੱਲ ਆਇਆ ਨਾ, ਨਵਾਂ ਆਇਆ, ਇੱਕ ਉਹ ਵਿਦਿਆਰਥੀ ਜਿਹੜਾ 2-4 ਸਾਲ ਕਿਤੇ ਲਾ ਕੇ ਆਇਆ, ਇੱਕ ਉਹ ਵਿਦਿਆਰਥੀ ਜਿਹੜਾ ਬਿਲਕੁਲ ਨਿੱਲ ਆਇਆ, ਜਿਹੜਾ ਸਿੱਧਾ ਉੱਠ ਕੇ ਘਰੋਂ ਆਇਆ, ਉਹਨੂੰ ਕੁਝ ਨਹੀਂ ਪਤਾ। ਪਰ ਜਿਹੜਾ ਸਿੱਖ ਕੇ ਆਇਆ ਨਾ, ਉਹਨੂੰ ਨਿੱਲ ਨਾਲੋਂ 1 ਸਾਲ 2 ਸਾਲ ਵੱਧ ਸਿੱਖਣਾ ਪਏਗਾ। ਤੁਸੀਂ ਕਹੋਗੇ ਕਮਾਲ ਦੀ ਗੱਲ, ਅਗਲੇ ਦਾ ਪਹਿਲਾਂ ਹੀ ਬੜਾ ਐਕਸਪੀਰੀਅੰਸ ਹੈ। ਨਹੀਂ, ਉਹਨੇ ਜੋ ਕੁਝ ਆਲੇ ਦੁਆਲਿਓਂ ਗਲਤ ਗੁਲਤ ਸਿੱਖਿਆ ਹੁੰਦਾ ਨਾ, ਉਹਦੇ ਉਸਤਾਦ ਨੂੰ ਪਹਿਲਾਂ ਉਹਨੂੰ ਭੁਲਾਉਣਾ ਪੈਂਦਾ ਹੈ। ਉਸਤਾਦ ਪਹਿਲਾਂ ਉਹਦੇ ਕੀਤੇ ਨੂੰ ਭੁਲਾਉਂਦਾ ਹੈ ਪਹਿਲੇ ਨੂੰ, ਫਿਰ ਉਹਦੇ ਤੋਂ ਬਾਅਦ ਉਹ ਸਿਖਾਉਣਾ ਸ਼ੁਰੂ ਕਰਦਾ। ਪਰ ਜਿਹੜਾ ਪਹਿਲਾਂ ਨਿੱਲ ਆਇਆ, ਉਹਦਾ ਪਹਿਲਾਂ ਹੀ ਹੱਥ ਸਿੱਧਾ ਸਾਫ਼ ਹੋਏਗਾ। ਜਿਹੜਾ ਪਹਿਲਾਂ ਸਾਫ਼ ਹੈ, ਜਿਹੜਾ ਪਹਿਲਾਂ ਬਿਲਕੁਲ ਨਿੱਲ ਹੈ, ਉਹਦੇ ਲਈ ਤੁਰਨਾ ਅੱਗੇ ਆਸਾਨ ਹੈ। ਪਰ ਜਿਹੜਾ ਪਹਿਲਾਂ ਸਿੱਖ ਕੇ ਆਇਆ, ਅਸਲੀਅਤ ਵਿੱਚ ਉਹਦਾ ਤੁਰਨਾ ਪਹਿਲਾਂ ਤਾਂ ਹੀ ਔਖਾ ਬਣਿਆ, ਅੱਗੇ ਉਹਦਾ ਤੁਰਨਾ ਔਖਾ ਤਾਂ ਬਣਿਆ ਕਿਉਂਕਿ ਉਹ ਆਪਣੇ ਅੰਦਰ ਇਹ ਦਾਅਵਾ ਲੈ ਕੇ ਬੈਠਾ ਕਿ ਮੈਨੂੰ ਤੇ ਪਹਿਲਾਂ ਬਹੁਤ ਕੁਝ ਆਉਂਦਾ ਹੈ। ਉਹਦਾ ਇਹ ਦਾਅਵਾ ਹੀ ਉਹਨੂੰ ਅੱਗੇ ਨਹੀਂ ਤੁਰਨ ਦਿੰਦਾ। ਉਹਦਾ ਇਹ ਦਾਅਵਾ ਹੀ ਉਹਨੂੰ ਅੱਗੇ ਨਹੀਂ ਚੱਲਣ ਦਿੰਦਾ ਵੀ ਮੈਨੂੰ ਤੇ ਬਹੁਤ ਕੁਝ ਆਉਂਦਾ, ਇਹ ਤੇ ਕੱਲ ਦਾ ਆਇਆ ਇਸ ਲਾਈਨ 'ਚ, ਮੈਂ ਤੇ ਕਦੋਂ ਦਾ ਇਸ ਲਾਈਨ ਵਿੱਚ। ਨਹੀਂ, ਪਹਿਲਾਂ ਇਹ ਗੱਲ ਮੰਨੀਏ ਕਿ ਮੈਨੂੰ ਕੁਝ ਨਹੀਂ ਆਉਂਦਾ, ਮੈਂ ਕੋਰਾ ਕਾਗਜ਼ ਹਾਂ। ਕੋਰੇ ਕਾਗਜ਼ ਉੱਤੇ ਲਿਖਣਾ ਸੌਖਾ ਹੈ, ਪਰ ਜਿਹੜੇ ਕਾਗਜ਼ ਤੇ ਪਹਿਲਾਂ ਲਿਖਿਆ ਹੋਵੇ ਨਾ, ਉਹਦੇ ਤੇ ਲਿਖਣ ਵਾਸਤੇ ਪਹਿਲੇ ਨੂੰ ਸਾਫ਼ ਕਰਨਾ ਪਏਗਾ, ਪਹਿਲੇ ਨੂੰ ਮਿਟਾਉਣਾ ਪਏਗਾ। ਪਹਿਲਾਂ ਮਿਟਾਉਣ ਵਾਸਤੇ ਮਿਹਨਤ ਲੱਗੇਗੀ, ਫਿਰ ਅੱਗੇ ਲਿਖਿਆ ਜਾਏਗਾ, ਉਹ ਸਾਫ਼ ਹੋਏਗਾ, ਫਿਰ ਅੱਗੇ ਲਿਖਿਆ ਜਾਏਗਾ। ਮੈਂ ਇਹ ਬੇਨਤੀ ਤਾਂ ਕੀਤੀ, ਆਪਾਂ ਪਹਿਲਾਂ ਇਹ ਆਪਣੇ ਅੰਦਰ ਮੰਨੀਏ ਗੱਲ ਕਿ ਮੈਨੂੰ ਕੁਝ ਨਹੀਂ ਆਉਂਦਾ, ਮੈਨੂੰ ਕੁਝ ਨਹੀਂ ਆਉਂਦਾ, ਮੈਂ ਬਿਲਕੁਲ ਨਿੱਲ ਹਾਂ। ਜਿਸ ਦਿਨ ਇਹ ਗੱਲ ਮੰਨ ਗਏ ਕਿ ਮੈਨੂੰ ਕੁਝ ਨਹੀਂ ਆਉਂਦਾ, ਅੱਗੇ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ਜੇ ਅਸੀਂ ਇਹ ਦਾਅਵਾ ਕਰੀਏ ਮੈਨੂੰ ਪਹਿਲਾਂ ਬਹੁਤ ਕੁਝ ਆਉਂਦਾ, ਫਿਰ ਅੱਗੇ ਸਾਡੇ ਲਈ ਪਹਿਲਾਂ ਤੇ ਹਉਮੈ ਨਹੀਂ ਅੱਗੇ ਪੈਰ ਪੁੱਟਣ ਦੇਗੀ, ਬਾਕੀ ਤੇ ਗੱਲਾਂ ਹੀ ਛੱਡੀਏ, ਫਿਰ ਅੱਗੇ ਸਾਡੇ ਲਈ ਵਧਣਾ ਔਖਾ ਹੋ ਜਾਏਗਾ। ਬਸ ਆਹ ਗੱਲ ਚੇਤੇ ਰੱਖੀਏ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰੱਖੋ ਸ਼ਰਮ। ਇਹ ਬੇਨਤੀ ਕਰੀਏ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮੈਨੂੰ ਕੁਝ ਨਹੀਂ ਪਤਾ ਧਰਮ ਬਾਰੇ,
ਮੈਨੂੰ ਕਿਰਪਾ ਕਰ, ਆਪਣੀ ਭਗਤੀ ਦੀ ਦਾਤ ਸਿਖਾ, ਆਪਣੀ ਸਿੱਖਿਆ ਦੀ ਦਾਤ ਸਿਖਾ। ਤੂੰ ਸਿਖਾ ਸਕਦਾ, ਮੇਰੇ ਵਿੱਚ ਕੋਈ ਹਿੰਮਤ ਨਹੀਂ ਕਿ ਮੈਂ ਕੁਝ ਸਿੱਖ ਲਵਾਂ। ਤੂੰ ਬੜਾ ਨਿਪੁੰਨ ਉਸਤਾਦ ਹੈ, ਤੂੰ ਬੜਾ ਸਿਆਣਾ ਗੁਰੂ ਹੈ, ਉਸਤਾਦ ਹੈ, ਤੂੰ ਸਿਖਾ ਸਕਦਾ, ਸਿਖਾ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇੱਥੇ ਬੇਨਤੀ ਕਰ ਰਹੇ ਨੇ ਕਿ ਹੇ ਮੇਰੇ ਪ੍ਰਮਾਤਮਾ ਜੀ, ਕਿਰਪਾ ਕਰੋ, ਮੈਨੂੰ ਭਗਤੀ ਕਰਨ ਦੀ ਜਾਚ ਸਿਖਾ ਦਿਓ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾ, ਮੈਨੂੰ ਨਹੀਂ ਕੁਝ ਵੀ ਆਉਂਦਾ। ਤੂੰ ਆਪਣੀ ਭਗਤੀ ਕਰਨੀ ਸਿਖਾ ਮੈਨੂੰ, ਤੂੰ ਆਪਣਾ ਉਪਦੇਸ਼ ਦ੍ਰਿੜ ਕਰਨ ਦੀ ਸਮਝ ਦੇ ਮੈਨੂੰ, ਤੂੰ ਦੇ ਸਕਦਾ ਹੈ। ਅੱਗੇ ਕੀ ਕਹਿੰਦੇ? ਹਰ ਜਨ ਮੰਗਲ ਗਾਵੋ, ਹਰ ਜਨ, हे ਪ੍ਰਮਾਤਮਾ ਤੇਰੇ ਸੇਵਕਾਂ ਦੇ ਨਾਲ ਮੰਗਲ, ਮੰਗਲ ਵੈਸੇ ਕਹਿੰਦੇ ਖੁਸ਼ੀ ਦੇ ਗੀਤ ਨੂੰ, ਗਾਵੋ ਮੈਂ ਗਾ ਸਕਾਂ। ਉੱਤਮ ਪੁਰਖ ਦੇ ਵਿੱਚ ਗੱਲ ਹੈ, ਗਾਵੋ ਮੈਂ ਤੇਰੇ ਸਤ ਸੰਗੀਆਂ ਦੇ ਨਾਲ ਮਿਲ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾ ਸਕਾਂ। ਮੇਰੇ ਤੇ ਤਰਸ ਕਰ, ਮੈਨੂੰ ਇਹ ਭਗਤੀ ਦੀ ਦਾਤ ਸਿਖਾ ਦੇ, ਮੈਨੂੰ ਆਪਣੇ ਗੁਣਾਂ ਦੀ ਦਾਤ ਸਿਖਾ ਦੇ, ਤਾਂ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਤੇਰੇ ਸਤ ਸੰਗੀਆਂ ਨਾਲ ਮਿਲ ਕੇ ਤੇਰੀ ਸਿਫਤ ਸਲਾਹ ਦੇ ਗੁਣਾਂ ਨੂੰ ਗਾ ਸਕਾਂ। ਹੁਣ ਸਾਡੀ ਹਾਲਤ ਕੀ ਹੈ? ਗੁਰੂ ਸਾਹਿਬ ਜੀ ਪਹਿਲੇ ਪਦੇ ਵਿੱਚ ਬਚਨ ਕਰਦੇ ਕਿ ਵੈਸੇ ਸਾਡੀ ਹਾਲਤ ਕੀ ਹੈ, ਕਿਉਂ ਸਾਨੂੰ ਅਰਜ਼ੋਈ ਕਰਨ ਦੀ ਲੋੜ ਪੈ ਰਹੀ ਕਿ ਮਾਲਕ ਕਿਰਪਾ ਕਰ, ਆਪਣੀ ਭਗਤੀ ਕਰਨ ਦੀ ਜਾਚ ਸਿਖਾ। ਕਿਉਂ ਲੋੜ ਪਈ? ਕਿਉਂਕਿ ਸਾਡੀ ਹਾਲਤ ਇਹ ਹੈ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਅਜੇ ਤੱਕ ਮੈਂ ਕਾਮ ਵਿੱਚ ਗ੍ਰਸਤ ਹਾਂ, ਕ੍ਰੋਧ ਦੇ ਵਿੱਚ ਗ੍ਰਸਤ ਹਾਂ, ਲੋਭ ਝੂਠ ਨਿੰਦਿਆ ਦੇ ਵਿੱਚ ਗ੍ਰਸਤ ਹਾਂ। ਜਦੋਂ ਮੈਂ ਇਹਦੇ ਵਿੱਚ ਫਸਿਆ ਹੋਇਆ ਤੇ ਮੈਂ ਤੇਰੀ ਭਗਤੀ ਕਿਵੇਂ ਕਰਾਂ? ਅਜੇ ਤੱਕ ਤੇ ਮੈਂ ਇਹਦੇ ਵਿੱਚ ਹੀ ਫਸਿਆ ਹੋਇਆ, ਅਜੇ ਤੱਕ ਮੈਂ ਕਾਮ ਕ੍ਰੋਧ ਦੇ ਵਿੱਚੋਂ ਨਹੀਂ ਨਿਕਲਿਆ, ਝੂਠ ਨਿੰਦਿਆ ਲੋਭ ਦੇ ਵਿੱਚੋਂ ਨਹੀਂ ਨਿਕਲਿਆ, ਮੇਰਾ ਧਿਆਨ ਹੀ ਤੇਰੀ ਭਗਤੀ ਵੱਲ ਕਿਵੇਂ ਜੁੜੇਗਾ? ਪਰ ਤੂੰ ਤਰਸ ਕਰ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਮੇਰੇ ਮਾਲਕ ਜੀ ਮਿਹਰ ਕਰੋ, ਕਿਰਪਾ ਕਰੋ, ਇਹ ਜਿਹੜੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਤਿਆਦਿਕ ਵਿਕਾਰ ਨੇ, ਇਹਦੇ ਤੋਂ ਆਪ ਜੀ ਮਿਹਰ ਕਰਕੇ ਮੈਨੂੰ ਬਚਾ ਲਓ, ਇਹਦੇ ਚੋਂ ਤਰਸ ਕਰਕੇ ਮੈਨੂੰ ਕੱਢ ਲਵੋ, ਇਨ ਤੇ ਆਪ ਛਡਾਵੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਨਾ, ਤੇ ਸਤਿਗੁਰੂ ਕਹਿੰਦੇ ਇਹ ਜਿਹੜਾ ਕਾਮ ਹੈ, ਇਹ ਭਾਵੇਂ ਹੈ ਤੇ ਥੋੜੇ ਸਮੇਂ ਵਾਸਤੇ ਹੀ ਸਾਡੇ ਸਰੀਰ ਤੇ ਸਵਾਰ, ਪਰ ਇਹ ਸਰੀਰ ਨੂੰ ਨਾਸ਼ ਕਰਕੇ ਰੱਖ ਦਿੰਦਾ ਹੈ। ਇਹ ਸਾਡੀ ਇੱਜ਼ਤ ਨੂੰ ਨਾਸ਼ ਕਰਕੇ ਰੱਖ ਦਿੰਦਾ ਹੈ। ਸਤਿਗੁਰੂ ਜੀ ਦੇ ਜਦੋਂ ਬਚਨ ਪੜ੍ਹਦੇ, ਸਤਿਗੁਰੂ ਕਹਿੰਦੇ ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਭਰਮਾਵਣਾ ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਵਿਦਾਰਣਾ। ਇਹ ਕਾਮ ਸਾਡੇ ਤੇ ਭਾਰੂ ਹੋ ਜਾਏ, ਇਹ ਸਾਡੀ ਹਾਲਤ ਇਵੇਂ ਦੀ ਕਰ ਦਿੰਦਾ। ਨਰਕ ਵਿਸ਼ਰਾਮਨ, ਨਰਕ ਭਰੀ ਜ਼ਿੰਦਗੀ ਬਣਾ ਦਿੰਦਾ, ਜੂਨਾਂ ਦੇ ਵਿੱਚ ਭਟਕਣ ਵਾਸਤੇ ਲਾ ਦਿੰਦਾ। ਸਤਿਗੁਰੂ ਕਹਿੰਦੇ ਕਾਮ ਜਿੰਨਾ ਸਾਡੇ ਜੀਵਨ ਦੇ ਵਿੱਚ ਥੋੜੇ ਸਮੇਂ ਲਈ ਆਉਂਦਾ, ਪਰ ਪ੍ਰਭਾਵ ਇੰਨਾ ਵੱਡਾ ਪਾ ਕੇ ਚਲਾ ਜਾਂਦਾ। ਬੰਦਾ ਹਰ ਸਮੇਂ ਕਾਮ ਵਾਸ਼ਨਾ ਵਿੱਚ ਨਹੀਂ, ਪਰ ਜਦੋਂ ਕਾਮ ਵਾਸ਼ਨਾ ਸੁਰਤ ਵਿੱਚ ਸਵਾਰ ਹੋ ਜਾਏ ਤੇ ਫਿਰ ਇਹ ਆਪਣਾ ਪ੍ਰਭਾਵ ਇੰਨਾ ਕੁ ਪਾ ਦਿੰਦਾ ਕਿ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੰਦਾ ਹੈ। ਇੱਕ ਧਨੀ ਰਾਮ ਚਾਤਰਕੇ ਨੇ ਬੜੀ ਸੋਹਣੀ ਗੱਲ ਲਿਖੀ ਸੀ। ਉਹ ਕਹਿੰਦਾ ਕਾਮ ਨਸ਼ੇ ਵਿੱਚ ਗੁੱਤਾ ਫਿਰਦਾ ਕੁੱਤਾ ਜਿਉਂ ਹਲਕਾਇਆ। ਕਹਿੰਦਾ ਕਾਮ ਦੇ ਵਿੱਚ ਜਿਹੜਾ ਗਲਤਾਨ ਬੰਦਾ ਹੈ ਨਾ, ਉਹ ਇਵੇਂ ਭੱਜਿਆ ਫਿਰਦਾ ਜਿਵੇਂ ਕੁੱਤਾ ਹਲਕਾਇਆ ਹੋਇਆ ਫਿਰਦਾ ਹੋਵੇ ਨਾ, ਇੱਧਰ ਉੱਧਰ ਇੱਧਰ ਉੱਧਰ। ਕਾਮ ਦੇ ਵਿੱਚ ਗਲਤਾਨ ਹੋਇਆ ਮਨੁੱਖ ਵੀ ਹਲਕਾਏ ਕੁੱਤੇ ਦੇ ਵਾਂਗ ਭਟਕਦਾ ਫਿਰਦਾ, ਕਦੀ ਇੱਧਰ ਧਿਆਨ ਹੈ ਕਦੀ ਉੱਧਰ ਧਿਆਨ ਹੈ। ਕਾਮ ਨਸ਼ੇ ਵਿੱਚ ਗੁੱਤਾ ਫਿਰਦਾ ਕੁੱਤਾ ਜਿਉਂ ਹਲਕਾਇਆ, ਅੰਨਾ ਹੋਇਆ ਪਰਖ ਨਾ ਸਕੇ ਆਪਣਾ ਅਤੇ ਪਰਾਇਆ।
ਉਹਨੂੰ ਤੇ ਆਪਣੇ ਪਰਾਏ ਦੀ ਸਮਝ ਨਹੀਂ ਲੱਗਦੀ। ਹੁਣ ਵੇਖੋ, ਸਾਕ ਸੰਬੰਧੀ ਰਿਸ਼ਤੇਦਾਰ, ਵੈਸੇ ਨਾ ਮੈਨੂੰ ਇਹ ਸ਼ਬਦ ਕਹਿਣੇ ਚਾਹੀਦੇ ਨੇ। ਪਹਿਲਿਆਂ ਸਮਿਆਂ ਦੇ ਵਿੱਚ ਨਾ ਪਿੰਡ ਦੀ ਕੋਈ ਧੀ ਭੈਣ ਹੁੰਦੀ ਸੀ ਨਾ, ਤੇ ਉਹਨੂੰ ਧੀ ਤੇ ਭੈਣ ਹੀ ਸਮਝਿਆ ਜਾਂਦਾ ਸੀ। ਲਾਈਵ ਤੇ ਤੁਸੀਂ ਸੰਗਤ ਸੁਣ ਰਹੇ ਹੋ, ਪਿੰਡ ਦੀ ਜਿਹੜੀ ਧੀ ਭੈਣ ਹੋਇਆ ਕਰਦੀ ਸੀ, ਉਹਨੂੰ ਧੀ ਤੇ ਭੈਣ ਹੀ ਸਮਝਿਆ ਜਾਂਦਾ ਸੀ। ਵੀ ਇਹ ਨਹੀਂ ਕਿਹਾ ਜਾਂਦਾ ਸੀ ਵੀ ਇਹ ਦੂਸਰੇ ਦੀ ਧੀ ਆ ਤੇ ਦੂਸਰੇ ਦੀ ਭੈਣ ਆ। ਪਿੰਡ ਦੀ ਧੀ ਭੈਣ ਨੂੰ ਆਪਣੀ ਇੱਜ਼ਤ ਸਮਝਿਆ ਜਾਂਦਾ ਸੀ। ਉਹਦੇ ਵਾਸਤੇ ਪਿੰਡ ਦੇ ਲੋਕ ਮਰਨ ਵਾਸਤੇ ਤਿਆਰ ਹੋ ਜਾਂਦੇ ਸੀ ਕਿ ਸਾਡੀ ਧੀ, ਸਾਡੀ ਭੈਣ। ਪਰ ਮਾਫ ਕਰਿਓ, ਅੱਜ ਤੇ ਚਾਚੇ ਤਾਇਆਂ ਦੀਆਂ ਧੀਆਂ ਭੈਣਾਂ ਨੂੰ ਵੀ ਲੋਕ ਆਪਣੀਆਂ ਨਹੀਂ ਸਮਝਦੇ। ਇਹਦਾ ਕਾਰਨ ਕੀ ਹੈ? ਕਿੰਨੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ। ਇਹਦਾ ਕਾਰਨ ਕੀ ਹੈ? ਜਦੋਂ ਕਾਮ ਸੁਰਤ ਵਿੱਚ ਸਵਾਰ ਹੋ ਗਿਆ, ਫਿਰ ਆਪਣਾ ਪਰਾਇਆ ਵੀ ਸਮਝ ਵਿੱਚ ਨਹੀਂ ਆਉਂਦਾ। ਇੱਕ ਬਾਬੇ ਨਾਨਕ ਦਾ ਮੈਨੂੰ ਸ਼ਬਦ ਚੇਤੇ ਆ ਗਿਆ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਜੀਵਨ ਦੇ ਪੜਾਵਾਂ ਦਾ ਜ਼ਿਕਰ ਕੀਤਾ ਨਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਇਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਤੇ ਜਿਹੜੀ ਛੇਵੀਂ ਗੱਲ ਕੀਤੀ, ਛੇਵੇਂ ਕਾਮ ਨਾ ਪੁੱਛੈ ਜਾਤ। ਵੈਸੇ ਬੰਦਾ ਅੱਜ ਵੀ ਜਾਤਾਂ ਪਾਤਾਂ ਨੂੰ ਬੜਾ ਬੜਾਵਾ ਦਿੰਦਾ, ਅਸੀਂ ਆਹ ਜਾਤ ਦੇ, ਉਹ ਆਹ ਜਾਤ ਦੇ, ਸਾਡੀ ਜਾਤ ਉੱਚੀ। ਪਰ ਬਾਬਾ ਨਾਨਕ ਕਹਿੰਦਾ, ਜਦੋਂ ਬੰਦਾ ਕਾਮ ਦੇ ਵਿੱਚ ਗਰਕ ਹੁੰਦਾ ਨਾ, ਉਦੋਂ ਕਿਸੇ ਦੀ ਜਾਤ ਨਹੀਂ ਜੇ ਪੁੱਛਦਾ। ਛੇਵੇਂ ਕਾਮ ਨਾ ਪੁੱਛੈ ਜਾਤ। ਉਦੋਂ ਨਹੀਂ ਕਿਸੇ ਨੂੰ ਪੁੱਛਦਾ ਵੀ ਤੇਰੀ ਜਾਤ ਕੀ ਆ, ਉਦੋਂ ਤੇ ਸੁਰਤ ਵਿੱਚ ਕਾਮ ਸਵਾਰ ਹੈ। ਧਨੀ ਰਾਮ ਚਾਤਰ ਕੇ ਕਹਿੰਦਾ, ਅੰਨਾ ਹੋਇਆ ਪਰਖ ਨਾ ਸਕੇ ਆਪਣਾ ਅਤੇ ਪਰਾਇਆ। ਉਹਨੂੰ ਆਪਣੇ ਪਰਾਏ ਦੀ ਨਹੀਂ ਸਮਝ ਲੱਗਦੀ। ਉਹਨੂੰ ਸਾਹਮਣੇ ਖੜੀ ਇਹ ਪਤਾ ਨਹੀਂ ਲੱਗਦਾ ਕਿ ਇਹ ਮੇਰੀ ਚਾਚੇ ਤਾਏ ਮਾਮੇ ਦੀ ਧੀ, ਮੇਰੀ ਵੀ ਭੈਣ ਲੱਗਦੀ ਹੈ, ਇਹ ਪਿੰਡ ਦੀ ਧੀ ਭੈਣ ਲੱਗਦੀ ਹੈ। ਪਰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ, ਕਿਉਂਕਿ ਸੁਰਤ ਵਿੱਚ ਕੀ ਆ? ਕਾਮ ਆ ਗਿਆ। ਸਤਿਗੁਰੂ ਕਹਿੰਦੇ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਛਡਾ ਦਿਓ ਮਾਲਕ ਜੀ, ਬੜਾ ਭੈੜਾ ਹੈ ਇਹ ਕਾਮ। ਇਹਦੇ ਕਰਕੇ ਨਰਕ ਦੇ ਵਿੱਚ ਵਿਸ਼ਰਾਮ, ਨਰਕ ਰੂਪੀ ਜ਼ਿੰਦਗੀ ਭੋਗਣੀ ਪੈਂਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਅੱਗੇ ਵੈਸੇ ਕ੍ਰੋਧ ਦੀ ਗੱਲ ਵੀ ਆਉਣੀ, ਮੈਂ ਜ਼ਿਕਰ ਕਰਾਂਗਾ। ਇੱਥੇ ਕਹਿੰਦੇ ਕਾਮ ਕ੍ਰੋਧ ਲੋਭ ਝੂਠ ਨਿੰਦਾ, ਉੱਥੇ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਕਾਮ ਤੇ ਕ੍ਰੋਧ ਕਾਇਆ ਨੂੰ ਗਾਲ ਦਿੰਦਾ ਹੈ, ਗਰਕ ਕਰ ਦਿੰਦਾ ਹੈ। ਜਿਉਂ ਕੰਚਨ ਸੁਹਾਗਾ ਢਾਲ ਹੈ। ਇਸ ਕਰਕੇ ਬਾਬੇ ਨੇ ਕਿਹਾ ਇਹ ਕਾਮ ਬੜਾ ਮਾੜਾ ਹੈ। ਹਾਂ, ਬਾਬੇ ਨੇ ਗ੍ਰਸਤ ਨੂੰ ਮਹਾਨਤਾ ਦਿੱਤੀ। ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਗ੍ਰਸਤ ਨੂੰ, ਇਸ ਸੰਸਾਰ ਦੀ ਉਤਪਤੀ ਵਾਸਤੇ ਗ੍ਰਸਤ ਨੂੰ ਮਹਾਨਤਾ ਦਿੱਤੀ। ਪਰ ਦੂਸਰੇ ਪਾਸੇ ਸਤਿਗੁਰੂ ਇਹ ਕਹਿੰਦੇ, ਦੇਖ, ਆਪਣਾ ਭਾਈ ਗੁਰਦਾਸ ਸਾਹਿਬ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ। ਤਾਂ ਕਿ ਕਿਤੇ ਤੂੰ ਕਾਮ ਦੇ ਵਿੱਚ ਪੈ ਕੇ, ਕਾਮ ਨੂੰ ਆਪਣੀ ਸੁਰਤ ਵਿੱਚ ਲੈ ਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾ ਲਈ। ਸਤਿਗੁਰੂ ਕਹਿੰਦੇ, ਦੂਸਰੇ ਦੀ ਬੱਚੀ ਨੂੰ ਆਪਣੀ ਧੀ ਭੈਣ ਸਮਝ। ਜੇ ਤੂੰ ਸੁਰਤ ਵਿੱਚ ਕਾਮ ਨੂੰ ਸਵਾਰ ਕਰ ਲਿਆ, ਇਹ ਤੇਰੀ ਜ਼ਿੰਦਗੀ ਨੂੰ ਨਰਕ ਬਣਾ ਦੇਗਾ। ਸਤਿਗੁਰੂ ਕਿਰਪਾ ਕਰ, ਮੈਨੂੰ ਇਸ ਕਾਮ ਤੋਂ ਖਹਿੜਾ ਛਡਾ, ਇਹ ਕਾਮ ਤੋਂ ਮੇਰਾ ਖਹਿੜਾ ਛਡਾ। ਫਿਰ ਅੱਗੇ ਜ਼ਿਕਰ ਆਇਆ ਕ੍ਰੋਧ ਦਾ, ਤੇ ਕ੍ਰੋਧ ਬਾਰੇ ਸਤਿਗੁਰੂ ਕਹਿੰਦੇ ਬਾਣੀ ਦੇ ਵਿੱਚ, ਸਤਿਗੁਰੂ ਕਹਿੰਦੇ ਇਹ ਕ੍ਰੋਧ ਨਾ ਬੜਾ ਬਲਵਾਨ ਹੈ। ਜੇ ਤੇ ਜਦੋਂ ਆਪਾਂ ਕ੍ਰੋਧ ਬਾਰੇ ਸਮਝਣ ਦਾ ਯਤਨ ਕਰੀਏ ਨਾ, ਜੇ ਇਹ ਕ੍ਰੋਧ ਪ੍ਰਬਲ ਹੋ ਜਾਏ ਨਾ, ਸਾਡੇ ਤੇ ਕ੍ਰੋਧ ਪ੍ਰਬਲ ਹੋ ਜਾਏ, ਤੇ ਇਹ ਵੀ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈ। ਕ੍ਰੋਧ ਸਾਡੀ ਸੁਰਤ ਵਿੱਚ ਪ੍ਰਬਲ ਹੋਇਆ ਤੇ ਬੰਦੇ ਦਾ ਜੀਵਨ ਕਸਾਈ ਬਣ ਜਾਂਦਾ ਹੈ। ਪਰ ਇਹ ਨਹੀਂ ਬਹੁਤੇ ਨਰਮ ਹੋ ਜਾਈਏ। ਗੁਰੂ ਬਾਬੇ ਨੇ ਦੋਵੇਂ ਸਿਧਾਂਤ ਦਿੱਤੇ। ਇਹ ਨਹੀਂ
कि क्रोध नूं सुरत विच लै आए, क्रोध प्रबल हो गया, फिर ते बंदा कसाई बन जाएगा, फिर ते छोटे जे बच्चे नूं भी कतल करन लगिया, नेजे विच परोण लगिया, उहनूं तरस नहीं आएगा, क्योंकि क्रोध सुरत विच प्रबल है। पर इन्ने में ना नरम हो जाओ, इन्ने में ना नरम हो जाओ कि किते बुज़दिली बन जाओ, कायर ही बन जाओ। बाबे ने क्रोध का रूप वीर रस विच बदल के दिता है, काम नूं गृहस्थ विच बदल के दिता, क्रोध नूं वीर रस विच बदल के दिता। जदों बंदा वीर रस विच रहेगा उदों स्वैमान वास्ते वो लड़ेगा, पर जदों क्रोध सुरत विच सवार हो गया, इहदी तसीर गर्म होने करके ये अपने परायां नूं भी खत्म करन लग्गिया नहीं देखदा। तुसीं वेखदे हो बंदा गुस्से दे विच अपने पिओ दा कतल कर दिंदा, गुस्से दे विच अपनी मां दा कतल कर दिंदा। गुस्सा सुरत विच सवार होया, कसाई बना दिता ना, गुस्से ने क्रोध ने कसाई बना दिता, अपने माँ बाप नूं कतल कर दिता, किते बाप ने अपने बच्चियां नूं कतल कर दिता, किते पति ने अपनी पत्नी नूं कतल कर दिता, किते भरा ने भरा नूं कतल कर दिता। किन्नियां घटनावां वापरदियां ने, कारण की है? क्रोध। मैं अज ही सोशल मीडिया ते वेख रहा सी, सके भरा ने एक दूसरे का ट्रैक्टर ही भन दिता, क्रोध प्रबल हो गया ना। पर बाबे ने क्रोध नूं वीर रस विच बदल के दिता, निरभओ। जदों अंदर निरभव की भावना होएगी उदों निर्वैर की भावना अपने आप आ जाएगी, फिर किसी नाल वैर नहीं होएगा, क्रोध वीर रस विच जरूर होएगा। मैं इतिहास की एक घटना साझी करके शब्द की अगे विचार वाल आवां। जदों धन गुरु हरकृष्ण साहब महाराज ज्योति जोत समाए ना, गुरु हरकृष्ण साहब महाराज जी ज्योति जोत समाए ते पंजाब की धरती ते गुरु हरकृष्ण साहब जी दिल्ली की धरती ते ज्योति जोत समाए, ते पंजाब की धरती वास्ते उन्होंने शब्द वरत्या कि बाबा बकाले की धरती ते पखंडी अपने आप को गुरु बना के बैठ गए। हुण होया कि बाबा मक्खण शाह जी बकाले की धरती ते पहुंचे, गुरु हरकृष्ण साहब जी के बचनों के अनुसार उत्थे जदों बाई खास करके मंजियां ला के पखंडी देहधारी बैठे ने, उन्हां बाई मंजीदारां नूं मिल के अखीर गुरु तेग बहादुर साहब जी तक पहुंच गए। गुरु पछाण लिया, शब्द कह दिते गुरु लाधो रे, गुरु लाधो रे। संगतां ने पछाण लिया कि गुरु तेग बहादुर साहब अगले गुरु ने। हुण धीरमल वर्गियां नूं बोरी बिस्तरा चुकना पिया। उत्थे संगतां ने बड़ा चढ़ावा गुरु तेग बहादुर साहब जी के सामने रखिया, क्योंकि बड़े समय तो संगतां दे दसवंध रुके सन। उन्होंने आके अपनियां भेटावां अर्पण कीतियां, गुरु तेग बहादुर साहब जी के अगे नमस्कारां कीतियां। इह चीज़ नूं वेख के धीरमल दे अंदर ईरखा पैदा हुई, क्रोध प्रबल होया। ते जदों क्रोध प्रबल होया ते इहने फिर की कीता कि जिहड़े मसंद सी उन्हां नूं नाल लैके इन्हें उत्थे संगत दा चढ़ाया होया जिहड़ा समान सी उहनूं लुटिया, लुट के लै गया। ते बाबे मक्खण शाह ने पिछे जाके वो लुटिया होया समान भी खोया ते नाले धीरमल नूं लिआंदा। गुरु तेग बहादुर साहब महाराज जी ने बाबे मक्खण शाह नूं क्या कहण लगे, नहीं गुस्सा नहीं, होए क्रोध बस करत कुकर्म, बुद्ध सब नासै त्यागै धर्म। जदों बंदे दे अंदर क्रोध पैदा हुंदा ते उहदे अंदरों धर्म नूं त्याग दिंदा है। इन्हें भी धर्म नूं त्याग दिता है। मक्खण शाह जी गुस्सा करन दी लोड़ नहीं, इन्हें भी धर्म नूं त्याग दिता है। होए क्रोध बस करत कुकर्म, बुद्ध सब नासै त्यागै धर्म। जब नर को और क्रोध उपाए, को अस पाप जो कर ना सकाए। कहंदे बंदा वो पाप कर जांदा जिहड़ा उहनूं करना भी नहीं चाहिए, क्रोध दे विच आ। हुण आपां इतिहास की अगली गल जानते कि धीरमल ने शीहे मसंद नूं कह के गुरु तेग बहादुर साहब जी ते गोली भी चलाई, ते दूसरे पासे गुरु तेग बहादुर साहब महाराज जी उन्होंने बाबे मक्खण शाह नूं कहा सी, कहन लगे नहीं इनू कुछ नहीं कहना। भले धीरमल
भले जी भले धीर मल धीर, इन भला मल के दा भला करे। एक पासे क्रोध इन्ना प्रबल है कि अपने ते गोली चला दी। इन्ना क्रोध प्रबल है कि गुरु तेग बहादुर साहब जी के घर विचों समान चुक के लै गया। पर एक पासे धन गुरु तेग बहादुर साहब महाराज कहते नहीं भला है। ਇਹਦਾ मतलब क्रोध ये नहीं वेखदा। जदों इतिहास पढ़ांगे तो गुरु अमरदास महाराज जी दे लिया के दातू ने लत्त भी मार दी। ਇਹਦਾ मतलब क्रोध प्रबल है। पर सतगुरु कहते नहीं क्रोध बड़ा माड़ा है, इनू सुरत विच ना आउण दे। क्रोध नू वीर रस विच लैके आ। वीर रस जरूरी है पर सुरत विच क्रोध ना लैके आ। 18 दसंबर 1845 ਨੂੰ ਮੁਦਕੀ ਦੀ ਜੰਗ ਹੋਈ। ਆਪਾਂ ਜਾਣਦੇ ਹਾਂ। ਫਿਰ ਮੈਂ ਰਿਪੀਟ ਕਰਾਂ, 18 ਦਸੰਬਰ 1845 ਨੂੰ ਮੁਦਕੀ ਦੀ ਜੰਗ ਹੋਈ। ਮੁਦਕੀ ਦੀ ਲੜਾਈ ਹੋਈ। एक पासे सिख ने, एक पासे अंग्रेज ने। इधर तेजा सिंह ते लाल सिंह वर्गियां ने गदारियां कीतियां। इन्हां ने गदारियां कीतियां। सिख ये लड़ाई हार गए। जिहड़ी मैं गल कहनी चाहुंदा, तुसीं फख्र करो अपने इतिहास ते। अंग्रेजां दा एक अफसर है, वो अपने तंबू दे विच जाण दी बजाय भटकदा भटकाउंदा सिखां दे तंबू विच आ गया। जदों सिखां दे तंबू विच लैफ्टिनेंट बिडलफ आया, सिखां ने देखिया, इहनूं पुछिया ते इहने डरदे घबराउंदे होए कि हुण ते मैनूं सिखां ने छड्डना नहीं, मैं इन्हां दे कोल आ गया, हुण ते मैनूं इन्हां छड्डना नहीं। पर उन्हें सारी वार्ता दसी कि मैं भुलेखे नाल आ गया, गलती नाल आ गया, मैं अपने तंबूआं विच जाना सी पर हनेरे विच मैनूं पता नहीं लगा, मैं भुलेखे नाल तुहाडे तंबूआं विच आ गया। ते सिखां ने पता की किया, कहण लगे फिर की हो गया आ गया ते परवाह ना कर, असीं तैनूं कुछ नहीं कहना, भावें तू साडा विरोधी है, भावें तू साडा दुश्मन है, पर असीं तैनूं कुछ नहीं कहना। प्रशादा छकना प्रशादा छक, जल पानी छक। और सिखां दी ड्यूटी लाई, कुछ वीरां दी ड्यूटी लाई, कहण लगे इहनूं हिफाजत दे नाल इहदे साथियां दे कोल इन्हां दे तंबूआं विच छड्ड के आओ। एक पासे दुश्मन है पर सिख आप उन्होंने हिफाजत दे नाल उन्हां दे तंबूआं दे विच छड्डण वास्ते सिखां नूं भेजदे ने, नाल अपने कुछ वीरां नूं भेजदे ने। कमाल दी गल नहीं, क्योंकि साडे गुरु ने सानू क्रोधी नहीं बनाया। साडे गुरु ने कहा अपने अंदर वीर रस रख पर क्रोध ना कर, किते क्रोधी बन के तू दुश्मन दी पिठ ते भी छुरा मारे ना। सिख कदी किसी दी पिठ ते छुरा नहीं मारता। इथे ते ना को बैरी नहीं बेगाना, सगल संग हम को बने आई। भाई कन्हैया जी वर्गे जंग दे मैदान दे विच फट्टड़ होए वैरियां नूं पानी पिलाउंदे ने। सिख कंप्लेन करते ने गुरु कलगीधर साहब असीं नहीं जंग लड़ सकते क्योंकि असीं जितना ही नहीं। की गल हो गई? क्योंकि अपने सिख वैरियां नूं दुश्मनां नूं जख्मी होया नूं पानी पिया के फिर साडे विरुद्ध खड़ा कर रहे ने, असीं किवें जंग जित जावांगे। गुरु कलगीधर साहब कहंदे कौन? कहंदे कन्हैया, बुला के लियाओ। बुला के लियांदा। गुरु गोबिंद सिंह महाराज कहंदे भाई कन्हैया जी इवें कर रहे हो? झूठ नहीं बोलिया। कहंदे हाँ कर रहे हैं। क्यों कर रहे हो? क्योंकि मैनू उन्हां विच भी तेरा रूप दिसदा है। गुरु कलगीधर साहब कहंदे जे ये गल है कला पानी ना पिला, आलै मलम आलै पट्टी, उन्हां जख्मियां दे मलम पट्टी कर ताकि वो अपने जख्मां दी जिहड़ी दर्द है उन्होंने बर्दाश्त कर सकन। उन्हां दे फट जिहड़े चीरे ने उन्हां दे जख्म मिल सकन, उन्हां दी मलम पट्टी भी कर। गुरु कलगीधर ने आप मलम ते पट्टी भी दिती। अज तक भाई कन्हैया जी नूं असीं याद करदे हां, सिजदे करदे हां, क्योंकि उन्हां ने वैरियां नूं भी पानी पिलाए, मलम पट्टियां कीतियां। क्योंकि गुरु सानू क्रोधी नहीं, सानू वीर रसी बनाउंदा है।
ਸਾਡੇ ਬਾਬੇ ਦੀ ਬਾਣੀ ਤੇ ਇਹ ਕਹਿੰਦੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਬਾਬੇ ਦੀ ਬਾਣੀ ਕਹਿੰਦੀ, ਵੈਰੀ ਦਾ ਵੀ ਬੁਰਾ ਨਹੀਂ ਕਰਨਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਇਸੇ ਕਰਕੇ ਸਤਿਗੁਰੂ ਇੱਥੇ ਇਹ ਗੱਲ ਕਹਿੰਦੇ, ਮਾਲਕ ਮਿਹਰ ਕਰੀ ਮੇਰੇ ਅੰਦਰ ਕਿਤੇ ਕ੍ਰੋਧ ਨਾ ਆ ਜੇ। ਮੈਂ ਕਾਮੀ ਆ, ਕ੍ਰੋਧੀ ਆ, ਲੋਭੀ ਆ, ਹੰਕਾਰੀ ਆ, ਨਿੰਦਿਆ ਕਰਨ ਵਾਲਾ, ਕਿਰਪਾ ਕਰ ਇਹਨਾਂ ਤੇ ਆਪ ਛਡਾਵੋ, ਇਹਨਾਂ ਤੋਂ ਮੈਨੂੰ ਛਡਾ ਲਓ। ਮੈਂ ਸਮੇਂ ਨੂੰ ਲੈ ਕੇ ਚੱਲਾਂ। ਸਤਿਗੁਰੂ ਕਹਿੰਦੇ, ਕਾਮ, ਕ੍ਰੋਧ, ਲੋਭ, ਲਾਲਚ, ਝੂਠ, ਨਿੰਦਾ ਇਹ ਮੇਰੇ ਵਿੱਚ ਔਗਣ ਨੇ, ਪਰ ਕਿਰਪਾ ਕਰ ਇਹਨਾਂ ਤੇ ਆਪ ਛਡਾਵੋ, ਮੈਨੂੰ ਇਹਨਾਂ ਤੋਂ ਬਚਾ ਲਓ, ਮੈਨੂੰ ਇਹਨਾਂ ਤੋਂ ਬਚਾ ਲਓ, ਮੈਂ ਇਹਨਾਂ ਵਿਕਾਰਾਂ ਤੋਂ ਮੁਕਤ ਹੋ ਜਾਵਾਂ। ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਇਨ ਭੀਤਰ ਤੇ ਸਤਿਗੁਰੂ ਕਿਰਪਾ ਕਰ ਮੇਰੇ ਅੰਦਰ ਜਿਹੜੇ ਇਹ ਵਿਕਾਰ ਨੇ ਨਾ, ਇਹ ਮੈਨੂੰ ਛੱਡ ਕੇ ਚਲੇ ਜਾਣ। ਇਹ ਭੀਤਰ ਤੇ ਇਨ ਕੋ ਡਾਰੋ, ਇਹਨਾਂ ਨੂੰ, ਇਹ ਮੇਰੇ ਅਜੇ ਮੇਰੇ ਕੋਲ ਨੇ, ਮੇਰੇ ਅੰਦਰ ਨੇ, ਇਹ ਭੀਤਰ ਤੇ, ਪਰ ਇਹਨਾਂ ਤੋਂ ਮੇਰਾ ਖਹਿੜਾ ਛਡਾ ਦੇ। ਆਪਨ ਨਿਕਟ ਬੁਲਾਵੋ, ਮਿਹਰ ਕਰ ਮੈਨੂੰ ਆਪਣੇ ਕੋਲ ਬੁਲਾ ਲਾ। ਇਹ ਮੇਰੇ ਅੰਦਰ ਨੇ ਬੈਠੇ, ਇਹ ਭੀਤਰ ਤੇ, ਭੀਤਰ ਦਾ ਅਰਥ ਹੁੰਦਾ ਅੰਦਰ, ਕੋਲ। ਇਨਕੋ ਡਾਰੋ, ਡਾਰੋ ਦਾ ਅਰਥ ਕੱਢ ਦੇ, ਉਡਾ ਦੇ। ਇਹ ਮੇਰੇ ਅੰਦਰ ਬੈਠੇ ਨੇ, ਇਹਨਾਂ ਨੂੰ ਮੇਰੇ ਅੰਦਰੋਂ ਉਡਾ ਦੇ, ਕੱਢ ਦੇ। ਆਪਨ ਨਿਕਟ ਬੁਲਾਵੋ, ਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ, ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖ। ਆਪਨ ਨਿਕਟ ਬੁਲਾਵੋ, ਆਪਣੇ ਕੋਲ ਬੁਲਾ ਲਾ, ਮੈਨੂੰ ਆਪਣੇ ਨਾਲ ਬਿਠਾ ਲਾ, ਮੈਨੂੰ ਮੇਰਾ ਜੀਵਨ ਤੇਰੇ ਚਰਨਾਂ ਨਾਲ ਜੁੜ ਕੇ ਬਤੀਤ ਹੋਵੇ, ਕਿਉਂਕਿ ਮੈਨੂੰ ਇਹ ਗੱਲ ਪਤਾ ਹੈ ਕਿ ਤੂੰ ਹੀ ਮੈਨੂੰ ਮੇਰੇ ਜੀਵਨ ਦੀ ਜੁਗਤ ਸਿਖਾ ਸਕਦਾ ਹੈ। ਮੇਰੇ ਵਿੱਚ ਕੋਈ ਹਿੰਮਤ ਨਹੀਂ, ਮੈਨੂੰ ਨਹੀਂ ਪਤਾ ਮੈਂ ਆਪਣੇ ਜੀਵਨ ਨੂੰ ਕਿਵੇਂ ਜਿਉਣਾ ਹੈ, ਕਿਵੇਂ ਮੈਂ ਇਹਨਾਂ ਵਿਕਾਰਾਂ ਤੋਂ ਬਚਣਾ ਹੈ। ਮਿਹਰ ਕਰ, ਤੂੰ ਤਰਸ ਕਰਕੇ, ਦਇਆ ਕਰਕੇ ਮੈਨੂੰ ਆਪਣੀ ਭਗਤੀ ਦੇ ਗੁਣ ਸਿਖਾ, ਤੇ ਇਹਨਾਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਤਿਆਦਿਕ ਵਿਕਾਰਾਂ ਤੋਂ ਮੈਨੂੰ ਬਚਾ, ਮੈਨੂੰ ਆਪਣੇ ਕੋਲ ਬਿਠਾ ਲਾ, ਆਪਣੇ ਚਰਨਾਂ ਨਾਲ ਜੋੜ ਲਾ। ਆਖਰੀ ਪਦੇ ਵਿੱਚ ਕਹਿੰਦੇ, ਬਿਸਰ ਨਾਹੀ ਕਬਹੂ ਹੀਏ ਤੇ। ਹੀਏ ਤੇ, ਹੀਏ ਦਾ ਅਰਥ ਹੁੰਦਾ ਹਿਰਦਾ, ਤੇ ਦਾ ਅਰਥ ਤੋਂ, ਹਿਰਦੇ ਤੋਂ। ਤਰਸ ਕਰ, ਬਿਸਰ ਨਾਹੀ, ਮੈਂ ਕਦੀ ਵੀ ਆਪਣੇ ਹਿਰਦੇ ਤੋਂ ਤੈਨੂੰ ਵਿਸਾਰਾ ਨਾ। ਬਿਸਰ ਨਾਹੀ ਕਬਹੂ ਹੀਏ ਤੇ, ਇਹ ਬਿਦ ਮਨ ਮਹਿ ਪਾਵੋ। ਇਹ ਸਿੱਖਿਆ ਮੇਰੇ ਮਨ ਵਿੱਚ, ਮੇਰੇ ਹਿਰਦੇ ਵਿੱਚ ਪਾ ਦੇ ਕਿ ਮੇਰੇ ਹਿਰਦੇ ਤੋਂ ਤੂੰ ਕਦੇ ਵੀ ਵਿਸਰੇ ਨਾ, ਕਦੇ ਵੀ ਭੁੱਲੇ ਨਾ। ਮੇਰੀ ਸੁਰਤ ਵਿੱਚ ਹਮੇਸ਼ਾ ਤੇਰੀ ਯਾਦ ਟਿਕੀ ਰਹੇ। ਜਨ ਗੁਰ ਪੂਰਾ ਭੇਟਿਓ ਵਡਭਾਗੀ, ਜਨ ਨਾਨਕ ਕਤ ਹੈ ਨਾ ਧਾਵੋ। ਗੁਰ ਪੂਰਾ, ਪੂਰਾ ਗੁਰੂ ਭੇਟਿਓ, ਭੇਟਿਓ ਦਾ ਅਰਥ ਹੁੰਦਾ ਮਿਲ ਜਾਣਾ। ਵਡਭਾਗੀ, ਜਨ ਨਾਨਕ, ਹੇ ਦਾਸ ਨਾਨਕ ਆਖ ਕਿ ਤੈਨੂੰ ਵੱਡੀਆਂ ਭਾਗਾਂ ਦੇ ਨਾਲ ਪੂਰਾ ਗੁਰੂ ਮਿਲਿਆ ਹੈ। ਕਤ ਹੈ ਨਾ ਧਾਵੋ, ਤੇ ਬੇਨਤੀ ਕਰ ਕਿ ਹੁਣ ਮਾਲਕ ਜੀ ਮੈਂ ਹੁਣ ਇੱਧਰ ਉੱਧਰ ਨਾ ਦੌੜਾਂ, ਮੇਰਾ ਅੰਦਰ ਇੱਧਰ ਉੱਧਰ ਨਾ ਭੱਜੇ। ਕਤ ਹੈ ਨਾ ਧਾਵੋ, ਧਾਵੋ ਦਾ ਅਰਥ ਹੁੰਦਾ ਦੌੜਨਾ। ਕਤ ਹੈ, ਕਦੀ ਵੀ, ਹੁਣ ਮੇਰਾ ਅੰਦਰ ਕਦੀ ਵੀ ਇੱਧਰ ਉੱਧਰ ਨਾ ਦੌੜੇ, ਮੇਰਾ ਮਨ ਟਿਕਾਓ ਵਿੱਚ ਆ ਜਾਏ, ਕਿਉਂਕਿ ਤੇਰੀ ਕਿਰਪਾ ਨਾਲ ਮੈਨੂੰ ਪੂਰਾ ਗੁਰੂ ਮਿਲ ਗਿਆ ਹੈ। ਨਾਨਕ ਆਖਦਾ ਹੈ, ਮੈਨੂੰ ਤੇਰੀ ਕਿਰਪਾ ਨਾਲ, ਤੇਰੇ ਤਰਸ ਨਾਲ ਪੂਰਾ ਗੁਰੂ ਮਿਲ ਗਿਆ ਹੈ। ਹੁਣ ਮਾਲਕ ਜੀ ਮਿਹਰ ਕਰਿਓ, ਮੇਰਾ ਮਨ ਕਦੇ ਵੀ ਭਟਕੇ ਨਾ, ਮੇਰਾ ਮਨ ਕਦੇ ਇੱਧਰ ਉੱਧਰ ਨਾ ਦੌੜੇ। ਹੁਣ ਮੈਂ ਤੇਰੇ ਚਰਨਾਂ ਨਾਲ ਗੁਰੂ ਦੀ ਸਿੱਖਿਆ ਲੈ ਕੇ ਜੁੜ ਕੇ ਆਪਣਾ ਆਉਣ ਵਾਲਾ ਜੀਵਨ ਤੇਰੀ ਭਗਤੀ, ਇਬਾਦਤ ਦੇ ਵਿੱਚ ਬਤੀਤ ਕਰ ਸਕਾਂ। ਸਤਿਗੁਰੂ ਮਿਹਰ ਕਰਨ, ਕਿਰਪਾ ਕਰਨ। ਅਸੀਂ ਵੀ ਅਰਦਾਸ ਕਰੀਏ ਕਿ ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਮਿਹਰ ਕਰੋ, ਸਾਨੂੰ ਇਹਨਾਂ ਵਿਕਾਰਾਂ ਤੋਂ ਬਚਾਉਂਦੇ ਹੋਏ ਆਪਣੇ ਚਰਨਾਂ ਨਾਲ ਜੋੜ ਲਵੋ। ਸਾਡੇ ਵਿੱਚ ਕੋਈ ਹਿੰਮਤ ਨਹੀਂ ਅਸੀਂ ਇਹਨਾਂ ਵਿਕਾਰਾਂ ਤੋਂ ਬਚ ਸਕੀਏ, ਪਰ ਤੁਸੀਂ ਉਪਦੇਸ਼ ਦਿਓ, ਅਸੀਂ ਆਪਣੇ ਅੰਦਰ ਦ੍ਰਿੜਤਾ ਲੈ ਆਈਏ ਤਾਂ ਕਿ ਸਾਡਾ ਜੀਵਨ
ਤੇਰੇ ਚਰਨਾਂ ਨਾਲ ਜੁੜ ਕੇ ਪਵਿੱਤਰ ਬਣ ਸਕੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ